ਉਸ ਪਰ ਜ਼ਿੰਦਗੀ ਦਾ ਭਾਗ 6ਵਾਂ ਲੈ ਕੇ ਹਾਜ਼ਰ ਆ। ਪੰਜਾਬ ਦਾ ਹਰ ਨੌਜਵਾਨ ਬਾਹਰਲੇ ਮੁਲਕ ਜਾਣ ਲਈ ਹਰ ਵਕਤ ਕਾਹਲਾ ਰਹਿੰਦਾ ਆ। ਉਹ ਬਾਹਰਲੇ ਦੇਸ਼ ਜਾ ਕੇ ਭਾਵੇਂ ਦੁਖੀ ਹੀ ਕਿਉਂ ਨਾ ਰਹੇ, ਉਹ ਇਸ ਬਾਰੇ ਕਦੀ ਨਹੀਂ ਸੋਚਦਾ, ਪਰ ਉਹ ਇੰਡੀਆ ਤੋਂ ਦੂਰ ਜਾਣ ਲਈ ਹਰ ਪਲ ਜੱਦੋ-ਜਹਿਦ ਕਰਦਾ ਹੀ ਰਹਿੰਦਾ ਆ। ਇਸ ਵਿੱਚ ਪੰਜਾਬ ਦੀ ਜਵਾਨੀ ਦਾ ਵੀ ਕੋਈ ਕਸੂਰ ਨਹੀਂ ਆ, ਕਿਉਂਕਿ ਉਹਨਾਂ ਪੜ੍ਹਾਈ ਕਰਦੇ ਸਮੇਂ ਆਪਣੇ ਚੰਗੇ ਭਵਿੱਖ ਲਈ ਕਈ ਸੁਪਨੇ ਦੇਖੇ ਹੁੰਦੇ ਆ। ਤੇ ਅੱਜ ਪੰਜਾਬ ਦੇ 2 ਹੋਰ ਨੌਜਵਾਨ ਗੱਭਰੂ ਬੇਰੁਜ਼ਗਾਰੀ ਦੇ ਹੱਥੋਂ ਤੰਗ ਆ ਕੇ ਬਾਹਰਲੇ ਮੁਲਕ ਵੱਲ ਨੂੰ ਉੱਡਣ ਲਈ ਫੜਫੜਾ ਰਹੇ ਸੀ। ਉਡਾਰੀ ਮਾਰਨ ਵਾਲੇ ਪੰਛੀਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਸ਼ਿਕਾਰੀ ਕਿਸ ਤਰ੍ਹਾਂ ਉਹਨਾਂ ਦਾ ਸ਼ਿਕਾਰ ਕਰਨ ਲਈ ਪਹਿਲਾਂ ਹੀ ਆਪਣਾ ਜਾਲ ਵਿਛਾਈ ਬੈਠਾ ਆ। ਤਕਰੀਬਨ ਸਾਰੇ ਅਨਭੋਲ ਪੰਛੀ ਉਸੇ ਜਾਲ ਵਿੱਚ ਹੀ ਜਾਂਦੇ ਆ। ਦੀਪ ਤੇ ਲਾਲੀ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਬੰਬਈ ਜਾਣ ਲਈ ਰਵਾਨਾ ਹੋ ਜਾਂਦੇ ਆ। ਉਹਨਾਂ ਦੇ ਦਿਲ ਵਿੱਚ ਇੱਕੋ ਹੀ ਤਮੰਨਾ ਸੀ ਕਿ ਕਿਵੇਂ ਨਾ ਕਿਵੇਂ ਆਪਣੇ ਪਰਿਵਾਰ ਦੀ ਮਾੜੀ ਹਾਲਤ ਨੂੰ ਸੁਧਾਰਿਆ ਜਾਏ। ਦਿੱਲੀ ਤੋਂ ਬੰਬਈ ਜਾਣ ਲਈ ਲੋਕਲ ਫਲਾਈਟ ਲੈਣ ਕਰਕੇ ਉਹਨਾਂ ਦੀ ਕੋਈ ਪੁੱਛਗਿੱਛ ਨਾ ਕੀਤੀ ਗਈ, ਪਰ ਜੇਕਰ ਦਿੱਲੀ ਤੋਂ ਪਹਿਲੀ ਵਾਰ ਇੰਟਰਨੈਸ਼ਨਲ ਫਲਾਈਟ ਲਈ ਜਾਵੇ ਤਾਂ ਇਮੀਗ੍ਰੇਸ਼ਨ ਵਾਲੇ ਸਵਾਰੀਆਂ ਦੇ ਪੋਤਰਿਆਂ ਤੱਕ ਫੋਲ ਦਿੰਦੇ ਆ, ਜਿਵੇਂ ਤੂੰ ਕਿੱਥੇ ਚੱਲਿਆ, ਕਿਉਂ ਚੱਲਿਆ, ਕੀ ਕਰਨ ਚੱਲਿਆ। ਇਹ ਸਭ ਕੁਝ ਤਾਂ ਉਹਨਾਂ ਲਈ ਆਮ ਜੀ ਗੱਲ ਆ। 1.25 ਘੰਟੇ ਦੀ ਫਲਾਈਟ ਤੋਂ ਬਾਅਦ ਜਹਾਜ਼ ਨੂੰ ਬੰਬਈ ਦੇ ਏਅਰਪੋਰਟ ਉੱਪਰ ਉਤਾਰਿਆ ਜਾਂਦਾ ਆ। ਦੀਪ ਹੋਰੀ ਦੋਵੇਂ ਜਣੇ ਬੰਬਈ ਦੇ ਏਅਰਪੋਰਟ ਤੋਂ ਬਾਹਰ ਨਿਕਲ ਕੇ ਇੱਕ ਹੋਟਲ ਵਿੱਚ ਚਲੇ ਜਾਂਦੇ ਆ, ਜਿੱਥੇ ਏਜੰਟ ਨੇ ਉਹਨਾਂ ਲਈ ਪਹਿਲਾਂ ਹੀ ਇੱਕ ਕਮਰਾ ਬੁੱਕ ਕੀਤਾ ਹੋਇਆ ਸੀ। ਦੋਵੇਂ ਜਣੇ 2 ਦਿਨ ਬੰਬਈ ਘੁੰਮਦੇ ਰਹੇ, ਕਿਉਂਕਿ ਉਹਨਾਂ ਲਈ ਬੰਬਈ ਵੀ ਕੋਈ ਅਮਰੀਕਾ ਤੋਂ ਘੱਟ ਨਹੀਂ ਸੀ। ਦੀਪ ਤੇ ਲਾਲੀ ਨੇ ਪਹਿਲੀ ਵਾਰੀ ਜਹਾਜ਼ ਦਾ ਸਫ਼ਰ ਕੀਤਾ ਸੀ ਤੇ ਪਹਿਲੀ ਵਾਰੀ ਉਹਨਾਂ ਨੂੰ ਬੰਬਈ ਵੇਖਣ ਦਾ ਮੌਕਾ ਮਿਲਿਆ ਸੀ। ਅਗਲੇ ਦਿਨ 2 ਮੁੰਡੇ ਹੋਰ ਹੋਟਲ ਵਿੱਚ ਪਹੁੰਚ ਜਾਂਦੇ ਆ। ਉਹਨਾਂ ਮੁੰਡਿਆਂ ਨੇ ਦੱਸਿਆ ਕਿ ਉਹ ਵੀ ਸ਼ਰਮੇ ਏਜੰਟ ਦੇ ਹੀ ਬੰਦੇ ਆ। ਤੀਜੇ ਦਿਨ ਬੰਬਈ ਵਾਲਾ ਏਜੰਟ ਉਹਨਾਂ ਚਾਰਾਂ ਨੂੰ ਆਪਣੇ ਨਾਲ ਲੈ ਕੇ ਏਅਰਪੋਰਟ ਤੇ ਪਹੁੰਚ ਗਿਆ। ਹੁਣ ਇੱਥੋਂ ਇਹਨਾਂ ਚਾਰਾਂ ਦੀ ਫਲਾਈਟ ਇਕਵਾਡੋਰ ਦੀ ਕਰਵਾਈ ਜਾਣੀ ਸੀ। ਇੱਥੇ ਸਭ ਕੁਝ ਸਹੀ ਹੋ ਰਿਹਾ ਸੀ, ਪਰ ਜਦੋਂ ਇਹ ਚਾਰੇ ਜਣੇ ਇਮੀਗ੍ਰੇਸ਼ਨ ਤੇ ਪਹੁੰਚੇ ਤਾਂ ਫਿਰ ਹੋਣ ਲੱਗੇ ਸੀ ਸਵਾਲ ਜਵਾਬ ਕਿ ਤੁਸੀਂ ਕਿੱਥੇ ਚੱਲੇ ਆ, ਤੁਸੀਂ ਕਿਉਂ ਚੱਲੇ ਆ। ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਚਾਰਾਂ ਨੂੰ ਵਾਪਸ ਕਰ ਦਿੱਤਾ ਗਿਆ ਸੀ। ਦੀਪ ਹੋਰਾਂ ਨੇ ਏਅਰਪੋਰਟ ਦੇ ਬਾਹਰ ਇੱਕ ਥੜੇ ਉੱਪਰ ਬੈਠ ਕੇ ਸਾਰੀ ਰਾਤ ਕੱਟੀ ਤੇ ਨਾਲ ਹੀ ਸ਼ਰਮੇ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਸੀ। ਸਵੇਰ ਹੁੰਦਿਆਂ ਹੀ ਸ਼ਰਮੇ ਨੇ ਦੀਪ ਹੋਰਾਂ ਨੂੰ ਇੱਕ ਹੋਟਲ ਦਾ ਐਡਰੈਸ ਫੋਨ ਉੱਪਰ ਮੈਸੇਜ ਕਰਕੇ ਭੇਜ ਦਿੱਤਾ ਤੇ ਕਿਹਾ ਤੁਸੀਂ ਉੱਥੇ ਜਾ ਕੇ ਰਹੋ। ਉਹਨਾਂ ਚੌਹਾਂ ਨੇ ਟੈਕਸੀ ਲਈ ਤੇ ਸ਼ਰਮੇ ਦੇ ਭੇਜੇ ਹੋਏ ਐਡਰੈਸ ਉੱਤੇ ਪਹੁੰਚ ਗਏ। ਇੱਥੇ ਇਹ ਗੱਲ ਸਾਫ਼ ਕਰ ਦੇਣੀ ਬਹੁਤ ਹੀ ਜ਼ਰੂਰੀ ਆ ਕਿ ਇਕਵਾਡੋਰ ਜਾਣ ਲਈ ਇੰਡੀਅਨ ਪਾਸਪੋਰਟ ਨੂੰ ਵੀਜ਼ੇ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਇੰਡੀਅਨ ਪਾਸਪੋਰਟ ਨੂੰ ਇਕਵਾਡੋਰ ਦੇ ਏਅਰਪੋਰਟ ਦੇ ਉੱਪਰ ਹੀ ਐਂਟਰੀ ਵੀਜ਼ਾ ਦਿੱਤਾ ਜਾਂਦਾ ਆ। ਇਸ ਸੱਚਾਈ ਦਾ ਕਿਸੇ ਨੂੰ ਪਤਾ ਨਾ ਹੋਣ ਕਰਕੇ ਏਜੰਟ ਲੋਕਾਂ ਤੋਂ ਇਕਵਾਡੋਰ ਜਾਣ ਦੇ ਲਈ ਲੱਖਾਂ ਰੁਪਏ ਠੱਗੀ ਜਾਂਦੇ ਆ। ਏਜੰਟਾਂ ਨਾਲੋਂ ਇੱਥੇ ਇਮੀਗ੍ਰੇਸ਼ਨ ਵਾਲੇ ਵੀ ਘੱਟ ਨਹੀਂ ਹੈਗੇ। ਜੇਕਰ ਉਹਨਾਂ ਦੇ ਹੱਥ ਏਜੰਟ ਨਾ ਮਿਲੇ ਹੋਣ ਤਾਂ ਫਿਰ ਕੋਈ ਗੱਲ ਨਹੀਂ, ਪਾਸਪੋਰਟ ਭਾਵੇਂ ਕਿਸੇ ਹੋਰ ਦਾ ਹੋਵੇ, ਤੁਸੀਂ ਆਪਣੀ ਫੋਟੋ ਲਾ ਕੇ ਨਿਕਲ ਜਾਓ। ਉਸ ਵਕਤ ਤੁਹਾਨੂੰ ਕੋਈ ਨਹੀਂ ਪੁੱਛਦਾ, ਸਭ ਕੁਝ ਚੱਲਦਾ ਆ। ਇਹੋ ਜਿਹੇ ਮੌਕੇ ਪਾਸਪੋਰਟ ਦੇ ਉੱਪਰ ਬੰਦੇ ਦੀ ਲੰਬਾਈ 7 ਫੁੱਟ ਲਿਖੀ ਹੁੰਦੀ ਆ ਤੇ ਸਾਹਮਣੇ ਖੜਾ ਬੰਦਾ 5.5 ਫੁੱਟ ਦਾ ਹੁੰਦਾ ਆ। ਉਸ ਵਕਤ ਬੰਦੇ ਦੀ ਲੰਬਾਈ ਚੌੜਾਈ ਨਹੀਂ ਵੇਖੀ ਜਾਂਦੀ, ਸਗੋਂ ਬਸ ਦੇਖਿਆ ਜਾਂਦਾ ਆ ਤਾਂ ਜੇਬ 'ਚ ਪਾਏ ਹੋਏ ਨੋਟਾਂ ਦਾ ਵਜ਼ਨ। ਸ਼ਾਇਦ ਇਸੇ ਲਈ ਹੀ ਨੋਟਾਂ ਦੇ ਵਜ਼ਨ ਕਾਰਨ ਕਈ ਵਾਰ ਦਰਦਨਾਕ ਹਾਦਸੇ ਵੀ ਹੋ ਜਾਂਦੇ ਆ। 4 ਦਿਨ ਚਾਰੇ ਜਣੇ ਬੰਬਈ ਦੀਆਂ ਸੜਕਾਂ ਦੇ ਉੱਪਰ ਬੰਬਈ ਦੀ ਰੰਗੀਨ ਦੁਨੀਆ ਦਾ ਆਨੰਦ ਮਾਣਦੇ ਰਹੇ। 5ਵੇਂ ਦਿਨ ਏਜੰਟ ਨੇ ਚਾਰਾਂ ਦੀ ਮੁੰਬਈ ਤੋਂ ਕਲਕੱਤੇ ਦੀ ਫਲਾਈਟ ਕਰਵਾ ਦਿੱਤੀ। ਕਲਕੱਤੇ ਪਹੁੰਚਣ ਤੇ ਚਾਰਾਂ ਜਣਿਆਂ ਨੂੰ ਫਿਰ ਇੱਕ ਹੋਟਲ ਦੇ ਵਿੱਚ ਹੀ ਠਹਿਰਾਇਆ ਗਿਆ ਸੀ, ਜੋ ਕਿ ਏਜੰਟ ਨੇ ਪਹਿਲਾਂ ਹੀ ਬੁੱਕ ਕੀਤਾ ਹੋਇਆ ਸੀ। ਇਸ ਹੋਟਲ ਵਿੱਚ ਪਹਿਲਾਂ ਵੀ ਹੋਰ 5 ਮੁੰਡੇ ਰਹਿੰਦੇ ਸੀਗੇ। 2 ਦਿਨ ਕਲਕੱਤੇ ਰੁਕਣ ਤੋਂ ਬਾਅਦ ਉਹਨਾਂ ਸਾਰਿਆਂ ਦੀ ਫਲਾਈਟ ਇਕਵਾਡੋਰ ਦੀ ਕਰਵਾਈ ਗਈ। ਇਸ ਜਹਾਜ਼ ਵਿੱਚ ਹੋਰ ਵੀ 15 ਕੁ ਮੁੰਡੇ ਪੰਜਾਬੀ ਸੀ ਤੇ ਉਹਨਾਂ ਨੇ ਵੀ ਇਕਵਾਡੋਰ ਹੀ ਜਾਣਾ ਸੀ। ਸ਼ਾਇਦ ਉਹ ਕਿਸੇ ਹੋਰ ਏਜੰਟ ਦੇ ਬੰਦੇ ਸੀ। ਇਕਵਾਡੋਰ ਤੋਂ ਉਹਨਾਂ ਨੇ ਵੀ ਅਮਰੀਕਾ ਹੀ ਜਾਣਾ ਸੀ। ਇਕਵਾਡੋਰ ਦੇ ਏਅਰਪੋਰਟ ਦੇ ਉੱਪਰ ਉਤਰ ਕੇ ਸਾਰੇ ਜਣੇ ਵੀਜ਼ਾ ਲੈਣ ਲਈ ਇੱਕ ਲਾਈਨ ਦੇ ਵਿੱਚ ਖੜੇ ਹੋ ਗਏ ਸੀ। ਯਾਰ ਦੀਪ, ਤੂੰ ਅੱਗੇ ਆ ਜਾ, ਤੈਨੂੰ ਵਾਹਵਾ ਅੰਗਰੇਜ਼ੀ ਆਉਂਦੀ ਆ। ਅਸੀਂ ਤਾਂ ਸਰਕਾਰੀ ਸਕੂਲ 'ਚ ਪੜ੍ਹੇ ਆ, ਬਸ ਤੂੰ ਹੀ ਅੰਗਰੇਜ਼ੀ ਸਕੂਲ ਪੜ੍ਹਦਾ ਰਿਹਾ। ਲਾਈਨ ਵਿੱਚ ਪਿੱਛੇ ਖੜੇ ਦੀਪ ਨੂੰ ਲਾਲੀ ਨੇ ਅੱਗੇ ਆਉਣ ਲਈ ਕਿਹਾ। ਤੈਨੂੰ ਕਿਹੜਾ ਅੰਗਰੇਜ਼ੀ ਘੱਟ ਆਉਂਦੀ ਲਾਲੀ, ਤੂੰ ਤਾਂ ਬਸ ਐਵੇਂ ਹੀ ਡਰਨ ਲੱਗਾ ਹੋਇਆ। ਅੱਗੋਂ ਹੱਸਦੇ ਹੋਏ ਦੀਪ ਨੇ ਜਵਾਬ ਦਿੱਤਾ, ਪਰ ਅੰਦਰੋਂ ਉਹ ਵੀ ਡਰ ਰਿਹਾ ਸੀ। ਨਹੀਂ ਯਾਰ, ਤੂੰ ਹੀ ਅੱਗੇ ਆ ਜਾ। ਚੱਲ ਠੀਕ ਆ, ਤੂੰ ਮੇਰੇ ਮਗਰ ਖੜ। ਲਾਈਨ ਕਾਫੀ ਲੰਮੀ ਹੋਣ ਕਰਕੇ 20 ਮਿੰਟ ਮਗਰੋਂ ਦੀਪ ਦੀ ਵਾਰੀ ਆ ਗਈ। ਇੱਥੇ ਦੀਪ ਤੋਂ ਬਹੁਤ ਪੁੱਛਗਿੱਛ ਕੀਤੀ ਗਈ ਤੇ ਆਖਿਰ ਉਹਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਹੀ ਦਿੱਤੀ ਗਈ। ਇਸੇ ਤਰ੍ਹਾਂ ਹੀ ਲਾਲੀ ਤੋਂ ਵੀ ਪੁੱਛਗਿੱਛ ਕਰਕੇ ਉਹਨੂੰ ਵੀ ਬਾਹਰ ਭੇਜ ਦਿੱਤਾ ਗਿਆ। ਬਾਕੀ ਮੁੰਡੇ ਜੇ ਲਾਈਨ ਵਿੱਚ ਹੀ ਖੜੇ ਸੀ। ਦੀਪ ਤੇ ਲਾਲੀ ਦੋਵੇਂ ਜਣੇ ਆਪਣਾ ਸਮਾਨ ਲੈ ਕੇ ਏਅਰਪੋਰਟ ਤੋਂ ਬਾਹਰ ਨਿਕਲ ਗਏ ਤੇ ਬਾਕੀ ਸਾਥੀਆਂ ਦੀ ਉਡੀਕ ਕਰਨ ਲੱਗੇ। ਦੋਵੇਂ ਜਣੇ ਬਾਹਰ ਖੜੇ ਘੰਟਾ ਕੋ ਉਡੀਕ ਕਰਦੇ ਰਹੇ, ਪਰ ਉਹਨਾਂ ਵਿੱਚੋਂ ਕੋਈ ਵੀ ਬਾਹਰ ਨਾ ਆਇਆ।
ਦੀਪ ਹੁਣਾਂ ਦੇ ਬਾਹਰ ਖੜਿਆਂ ਹੀ ਉਹਨਾਂ ਨੂੰ ਏਜੰਟ ਦਾ ਫੋਨ ਆ ਗਿਆ। ਏਜੰਟ ਕਹਿੰਦਾ ਕਿ ਤੁਸੀਂ ਦੋਵੇਂ ਜਣੇ ਛੇਤੀ ਟੈਕਸੀ ਲੈ ਕੇ ਹੋਟਲ 'ਚ ਪਹੁੰਚ ਜਾਓ, ਕਿਉਂਕਿ ਤੁਹਾਡੇ ਨਾਲ ਦੇ ਸਾਰੇ ਮੁੰਡਿਆਂ ਨੂੰ ਏਅਰਪੋਰਟ ਦੇ ਉੱਪਰ ਹੀ ਰੋਕ ਲਿਆ ਗਿਆ ਆ। ਜੇਕਰ ਕਿਸੇ ਮੁੰਡੇ ਨੂੰ ਇਸ ਤਰ੍ਹਾਂ ਏਅਰਪੋਰਟ ਦੇ ਉੱਪਰ ਰੋਕ ਲਿਆ ਜਾਂਦਾ ਆ ਤਾਂ ਤਕਰੀਬਨ ਦੂਜੇ ਦਿਨ ਵੀਜ਼ਾ ਦੇ ਕੇ ਛੱਡ ਦਿੱਤਾ ਜਾਂਦਾ ਆ। ਉਹਨਾਂ ਮੁੰਡਿਆਂ ਦੇ ਵਿੱਚੋਂ ਕਿਸੇ ਨੇ ਇੰਡੀਆ ਵਾਲੇ ਏਜੰਟ ਨੂੰ ਫੋਨ ਜਾਂ ਫਿਰ ਮੈਸੇਜ ਕਰਕੇ ਦੱਸ ਦਿੱਤਾ ਹੋਏਗਾ। ਦੀਪ ਹੁਰਾਂ ਦੋਵਾਂ ਨੇ ਟੈਕਸੀ ਲਈ ਤੇ ਸਿੱਧੇ ਹੋਟਲ ਪਹੁੰਚ ਗਏ। ਦੋਵੇਂ ਜਣੇ ਆਪਣੇ ਕਮਰੇ ਵਿੱਚ ਬੈਠੇ ਬਾਕੀ ਮੁੰਡਿਆਂ ਬਾਰੇ ਸੋਚ ਰਹੇ ਸੀ ਕਿ ਹੁਣ ਉਹਨਾਂ ਦਾ ਕੀ ਬਣੇਗਾ, ਉਹਨਾਂ ਨੂੰ ਬਾਹਰ ਕਦੋਂ ਆਉਣ ਦਿੱਤਾ ਜਾਏਗਾ, ਬਾਹਰ ਆਉਣ ਵੀ ਦਿੱਤਾ ਜਾਏਗਾ ਕਿ ਨਹੀਂ, ਕਿਤੇ ਉਹਨਾਂ ਨੂੰ ਇੱਥੋਂ ਹੀ ਰਿਪੋਰਟ ਹੀ ਨਾ ਕਰ ਦਿੱਤਾ ਜਾਏ, ਕਿਉਂਕਿ ਦੀਪ ਹੋਰੀ ਵੀ ਇਸ ਗੱਲ ਤੋਂ ਅਣਜਾਣ ਸੀ ਕਿ ਇਕਵਾਡੋਰ ਤੋਂ ਕਿਸੇ ਨੂੰ ਰਿਪੋਰਟ ਨਹੀਂ ਕੀਤਾ ਜਾਂਦਾ। ਦੀਪ ਆਪਾਂ ਵੀ ਤਾਂ ਇਸੇ ਹੀ ਹੋਟਲ ਦਾ ਐਡਰੈਸ ਏਅਰਪੋਰਟ ਦੇ ਉੱਤੇ ਲਿਖਾ ਕੇ ਆਏ ਆ। ਥੋੜਾ ਚਿਰ ਚੁੱਪਚਾਪ ਬੈਠਣ ਤੋਂ ਬਾਅਦ ਇੱਕਦਮ ਜਿਵੇਂ ਲਾਲੀ ਨੂੰ ਕੁਝ ਯਾਦ ਆਇਆ। ਹਾਂ, ਕੀ ਹੋਇਆ? ਸੋਚਾਂ ਦੀ ਲੜੀ ਤੋੜਦੇ ਹੋਏ ਦੀਪ ਨੇ ਪੁੱਛਿਆ। ਜਿੱਦਾਂ ਬਾਕੀ ਮੁੰਡਿਆਂ ਨੂੰ ਏਅਰਪੋਰਟ ਉੱਪਰ ਰੋਕ ਲਿਆ ਗਿਆ, ਜੇਕਰ ਉਹ ਆਪਾਂ ਨੂੰ ਲੱਭਦੇ ਹੋਏ ਇਸ ਐਡਰੈਸ ਤੇ ਪਹੁੰਚ ਗਏ ਫਿਰ ਆਪਣਾ ਕੀ ਬਣੂਗਾ? ਬੈਠਾ ਬੈਠਾ ਲਾਲੀ ਬੜੀ ਦੂਰ ਦੀ ਸੋਚਣ ਲੱਗਾ ਸੀ। ਗੱਲ ਤਾਂ ਤੇਰੀ ਠੀਕ ਆ ਲਾਲੀ, ਫਿਰ ਕੀਤਾ ਕੀ ਜਾਏ? ਦੀਪ ਵੀ ਸੋਚਣ ਲਈ ਮਜਬੂਰ ਹੋ ਗਿਆ। ਹੁਣ ਕੁਝ ਨਾ ਕੁਝ ਤਾਂ ਕਰਨਾ ਹੀ ਪਏਗਾ। ਆਪਾਂ ਸਭ ਕੁਝ ਜਾਣਦੇ ਹੋਏ ਵੀ ਹੱਥ ਉੱਪਰ ਹੱਥ ਧਰ ਕੇ ਬਹਿ ਤਾਂ ਨਹੀਂ ਜਾ ਸਕਦੇ, ਲਾਲੀ ਨੇ ਫੇਰ ਸਾਫ਼ ਗੱਲ ਕਰ ਦਿੱਤੀ। ਥੋੜਾ ਚਿਰ ਸੋਚਣ ਤੋਂ ਬਾਅਦ ਪਹਿਲਾਂ ਤਾਂ ਉਹਨਾਂ ਨੇ ਏਜੰਟ ਨੂੰ ਫੋਨ ਕਰਕੇ ਆਪਣੇ ਡਰ ਦਾ ਕਾਰਨ ਦੱਸਿਆ। ਗੱਲਬਾਤ ਕਰਦਿਆਂ ਏਜੰਟ ਨੇ ਥੋੜਾ ਇੰਤਜ਼ਾਰ ਕਰਨ ਲਈ ਕਿਹਾ, ਪਰ ਉਹਨਾਂ ਦੋਵਾਂ ਦੇ ਦਿਲ ਦੇ ਵਿੱਚ ਡਰ ਜਿਹੜਾ ਆ ਉਹ ਆਪਣੀ ਜਗ੍ਹਾ ਬਣਾ ਚੁੱਕਾ ਸੀ। 2 ਘੰਟੇ ਦੋਵੇਂ ਜਣੇ ਆਪਸ ਵਿੱਚ ਸਲਾਹ ਮਸ਼ਵਰਾ ਕਰਦੇ ਤੇ ਤੁਰੰਤ ਮਗਰੋਂ ਦੋਵੇਂ ਜਣੇ ਆਪਣਾ ਪਾਸਪੋਰਟ, ਜ਼ਰੂਰੀ ਕਾਗਜ਼ ਪੱਤਰ ਤੇ ਪੈਸੇ ਲੈ ਕੇ ਹੋਟਲ ਤੋਂ ਬਾਹਰ ਨਿਕਲ ਗਏ। ਦੋਵੇਂ ਜਣੇ ਬਾਹਰ ਘੁੰਮਦੇ ਫਿਰਦੇ ਏਜੰਟ ਦੇ ਫੋਨ ਦੀ ਉਡੀਕ ਕਰਨ ਲੱਗੇ। ਦੀਪ, ਤੁਸੀਂ ਇੱਥੋਂ ਦੋਵੇਂ ਜਣੇ ਬੱਸ ਲੈ ਕੇ ਤੁਲਕਾਨ ਪਹੁੰਚੋ, ਸ਼ਾਮੀ ਜੇ ਏਜੰਟ ਨੇ ਫੋਨ ਕਰਕੇ ਕਿਹਾ। ਇਹ ਤੁਲਕਾਨ ਕਿੱਥੇ ਕੋ ਹੈਗਾ? ਬੇਗਾਨਾ ਮੁਲਕ ਤੇ ਅਣਜਾਣ ਧਰਤੀ ਦੇ ਨਾਮ ਤੋਂ ਅਣਜਾਣ ਦੀਪ ਨੇ ਜਾਣਨਾ ਚਾਹਿਆ। ਤੁਲਕਾਨ ਵੀ ਇਕਵਾਡੋਰ ਦਾ ਇੱਕ ਛੋਟਾ ਜਿਹਾ ਸ਼ਹਿਰ ਆ, ਜਿਹੜਾ ਕਿ ਕੋਲੰਬੀਆ ਬਾਰਡਰ ਦੇ ਬਿਲਕੁਲ ਨੇੜੇ ਪੈਂਦਾ। ਤੁਸੀਂ ਹੁਣੇ ਬੱਸ ਲਵੋ ਤੇ ਚਲੋ ਤੁਲਕਾਨ ਵੱਲ ਨੂੰ। ਮੈਂ ਜਲਦੀ ਹੀ ਹੋਟਲ ਦੀ ਬੁਕਿੰਗ ਕਰਵਾ ਕੇ ਤੁਹਾਨੂੰ ਉਹਦਾ ਐਡਰੈਸ ਭੇਜਦਾ, ਏਜੰਟ ਨੇ ਅੱਗੇ ਦੇ ਪ੍ਰੋਗਰਾਮ ਬਾਰੇ ਸਮਝਾਉਂਦੇ ਹੋਏ ਦੱਸਿਆ। ਠੀਕ ਆ, ਅਸੀਂ ਕੋਸ਼ਿਸ਼ ਕਰਦੇ, ਹਾਮੀ ਭਰਦੇ ਹੋਏ ਦੀਪ ਕਹਿਣ ਲੱਗਾ। ਦੋਵੇਂ ਜਣੇ ਫਿਰ ਵਾਪਸ ਉਸੇ ਹੋਟਲ ਵਿੱਚ ਪਹੁੰਚ ਗਏ ਤੇ ਆਪਣਾ ਬਾਕੀ ਦਾ ਸਮਾਨ ਲੈ ਕੇ ਟੈਕਸੀ ਰਾਹੀਂ ਬੱਸ ਸਟੈਂਡ ਪਹੁੰਚ ਜਾਂਦੇ ਆ। ਬੱਸ ਸਟੈਂਡ ਤੋਂ ਪੁੱਛ-ਪਛਾ ਕੇ ਦੋਵੇਂ ਜਣੇ ਤੁਲਕਾਨ ਜਾਣ ਵਾਲੀ ਬੱਸ 'ਚ ਸਵਾਰ ਹੋ ਕੇ ਤੁਲਕਾਨ ਸ਼ਹਿਰ ਪਹੁੰਚ ਜਾਂਦੇ ਆ। ਤੁਲਕਾਨ ਬਹੁਤ ਹੀ ਸੋਹਣਾ ਤੇ ਇੱਕ ਛੋਟਾ ਜਿਹਾ ਸ਼ਹਿਰ ਆ। ਤੁਲਕਾਨ ਨੂੰ ਜਾਂਦਿਆਂ ਰਾਹ ਵਿੱਚ ਹੀ ਏਜੰਟ ਨੇ ਦੀਪ ਨੂੰ ਹੋਟਲ ਦਾ ਐਡਰੈਸ ਮੈਸੇਜ ਕਰ ਦਿੱਤਾ ਸੀ। ਬੱਸ ਸਟੈਂਡ ਤੋਂ ਦਿੱਤੇ ਹੋਏ ਐਡਰੈਸ ਦਾ ਪਤਾ ਪੁੱਛਦੇ ਦੋਵੇਂ ਜਣੇ ਹੋਟਲ ਵਿੱਚ ਪਹੁੰਚ ਜਾਂਦੇ ਆ। ਇਸ ਹੋਟਲ ਦੇ ਵਿੱਚ ਪਹਿਲਾਂ ਵੀ 6 ਮੁੰਡੇ ਠਹਿਰੇ ਹੋਏ ਸੀ, ਜਿਨ੍ਹਾਂ ਦੇ ਵਿੱਚ 3 ਮੁੰਡੇ ਪੰਜਾਬੀ ਤੇ 3 ਮੁੰਡੇ ਪਾਕਿਸਤਾਨੀ ਸੀ। ਪਾਕਿਸਤਾਨੀ ਮੁੰਡਿਆਂ ਦੇ ਵਿੱਚ ਇੱਕ ਅਨਵਰ ਨਾਂ ਦਾ ਮੁੰਡਾ ਸੀ, ਜਿਹੜਾ ਹਰ ਵਕਤ ਭੰਡਾ ਵਾਂਗੂ ਨਕਲਾਂ ਕਰਦਾ ਰਹਿੰਦਾ ਤੇ ਉਹਦੇ ਕਰਕੇ ਸਭ ਦਾ ਦਿਲ ਵੀ ਲੱਗਿਆ ਹੋਇਆ ਸੀ। ਹੌਲੀ-ਹੌਲੀ ਕਰਕੇ ਇਸ ਹੋਟਲ ਦੇ ਵਿੱਚ ਹੋਰ ਮੁੰਡੇ ਵੀ ਆ ਗਏ। ਉਹਨਾਂ ਵਿੱਚ ਇੰਡੀਅਨ ਤੇ ਪਾਕਿਸਤਾਨ ਤੋਂ ਇਲਾਵਾ ਇਰਾਕੀ ਮੁੰਡੇ ਵੀ ਸੀ। ਇਹ ਸਾਰੇ ਮੁੰਡੇ ਵੱਖੋ ਵੱਖਰੇ ਏਜੰਟਾਂ ਦੇ ਸੀ। 3 ਦਿਨਾਂ ਦੇ ਵਿੱਚ ਹੀ 10 ਮੁੰਡੇ ਹੋਰ ਇਸ ਹੋਟਲ ਵਿੱਚ ਅਮਰੀਕਾ ਜਾਣ ਲਈ ਪਹੁੰਚ ਗਏ। ਇਕਵਾਡੋਰ ਏਅਰਪੋਰਟ ਉੱਤੇ ਰੁਕਣ ਵਾਲੇ ਮੁੰਡੇ ਵੀ ਇਸੇ ਹੋਟਲ ਵਿੱਚ ਹੀ ਪਹੁੰਚ ਚੁੱਕੇ ਸੀ। ਹੁਣ ਅਗਾਂਹ ਇੱਥੋਂ ਸਾਰਿਆਂ ਦਾ ਇੱਕੋ ਹੀ ਏਜੰਟ ਆ ਤੇ ਉਹਨੇ 4 ਦਿਨਾਂ ਬਾਅਦ ਇਹਨਾਂ ਸਾਰਿਆਂ ਨੂੰ ਤੁਲਕਾਨ ਤੋਂ ਕੋਲੰਬੀਆ ਲੈ ਕੇ ਜਾਣਾ ਸੀ। ਤੁਲਕਾਨ ਤੋਂ ਕੋਲੰਬੀਆ ਵਿੱਚ ਦਾਖਲ ਹੋਣ ਲਈ ਬਾਰਡਰ ਪਾਰ ਕਰਨਾ ਪੈਂਦਾ ਆ। ਇਹਨਾਂ ਦੋਹਾਂ ਦੇਸ਼ਾਂ ਦੇ ਵਿਚਕਾਰ ਇੱਕ ਨਦੀ ਪੈਂਦੀ ਹੈ, ਜੋ ਕਿ ਬਹੁਤ ਹੀ ਡੂੰਘੀ ਆ ਤੇ ਜਿਹਦੇ ਪਾਣੀ ਦੀ ਰਫ਼ਤਾਰ ਬਹੁਤ ਹੀ ਤੇਜ਼ ਆ। ਇਸ ਨਦੀ ਦੇ ਆਰ-ਪਾਰ ਜਾਣ ਲਈ ਇਸ ਦੇ ਉੱਪਰ ਇੱਕ ਪੁਲ ਬਣਾਇਆ ਹੋਇਆ। ਪੁਲਿਸ ਆਉਣ ਜਾਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਨਹੀਂ ਕਰਦੀ, ਸਗੋਂ ਹਰ ਇੱਕ ਗੱਡੀ ਦੀ ਚੈਕਿੰਗ ਕੈਮਰਿਆਂ ਦੇ ਨਾਲ ਕੀਤੀ ਜਾਂਦੀ ਆ। ਸ਼ੱਕ ਪੈਣ ਤੇ ਕਿਸੇ ਗੱਡੀ ਨੂੰ ਰੋਕਿਆ ਜਾਂਦਾ ਤੇ ਉਸ ਗੱਡੀ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਂਦੀ ਆ, ਪਰ ਕਿਸੇ ਬੰਦੇ ਨੂੰ ਨਹੀਂ ਪੁੱਛਿਆ ਜਾਂਦਾ। ਸ਼ਾਇਦ ਨਸ਼ੇ ਦੀ ਹੀ ਜ਼ਿਆਦਾ ਚੈਕਿੰਗ ਕੀਤੀ ਜਾਂਦੀ ਸੀ। ਇਹਨਾਂ ਸਾਰੇ ਮੁੰਡਿਆਂ ਨੂੰ ਇਸੇ ਤਰ੍ਹਾਂ ਗੱਡੀਆਂ ਵਿੱਚ ਬਿਠਾ ਕੇ ਤੁਲਕਾਨ ਸ਼ਹਿਰ ਤੋਂ ਕੋਲੰਬੀਆ ਦਾ ਬਾਰਡਰ ਪਾਰ ਕਰਾਇਆ ਗਿਆ। ਸਾਰੇ ਜਣੇ ਕੋਲੰਬੀਆ ਵਿੱਚ ਦਾਖਲ ਹੋ ਚੁੱਕੇ ਸੀ। ਕੋਲੰਬੀਆ ਵਿੱਚ ਦਾਖਲ ਹੋ ਕੇ ਜੇ 30 ਕਿਲੋਮੀਟਰ ਦਾ ਹੀ ਸਫ਼ਰ ਤੈਅ ਕੀਤਾ ਸੀ ਕਿ ਗੱਡੀਆਂ ਨੂੰ ਰੋਕ ਲਿਆ ਗਿਆ ਤੇ ਸਾਰੇ ਮੁੰਡਿਆਂ ਨੂੰ ਗੱਡੀਆਂ ਵਿੱਚੋਂ ਬਾਹਰ ਕੱਢ ਲਿਆ ਗਿਆ। ਤੁਸੀਂ ਸਾਰਿਆਂ ਨੇ ਤੁਰ ਕੇ ਇਸ ਪਹਾੜੀ ਦੇ ਦੂਜੇ ਪਾਸੇ ਜਾਣਾ ਆ, ਕਿਉਂਕਿ ਅੱਗੇ ਪੁਲਿਸ ਦੀ ਚੈਕਿੰਗ ਚੱਲ ਰਹੀ ਆ। ਸਾਡਾ ਇੱਕ ਬੰਦਾ ਤੁਹਾਡੇ ਨਾਲ ਹੋਵੇਗਾ, ਤੁਸੀਂ ਇਹਦੇ ਨਾਲ ਹੀ ਰਹਿਣਾ ਤੇ ਇਹਦਾ ਕਹਿਣਾ ਮੰਨਣਾ। ਇੱਕ ਗੱਡੀ ਵਾਲਾ ਡੌਂਕਰ ਸਾਰੇ ਮੁੰਡਿਆਂ ਨੂੰ ਸਮਝਾ ਰਿਹਾ ਸੀ। ਇਹ ਕੋਈ ਲਾੜਾ ਹੈਗਾ ਸਾਈਂ, ਜਿਹੜਾ ਅਸੀਂ ਇਹਦੇ ਮਗਰ ਸਰਬਾਲੇ ਬਣ ਕੇ ਟੁਰਦੇ ਰਹੀਏ? ਪਹਾੜ ਵੱਲ ਨੂੰ ਝਾਤੀ ਮਾਰਦੇ ਹੋਏ ਅਨਵਰ ਨੇ ਮਜ਼ਾਕ ਕੀਤਾ। ਡੌਂਕਰ ਨੂੰ ਕੋਈ ਸਮਝ ਨਹੀਂ ਲੱਗਿਆ ਤੇ ਉਹ ਗੁੱਸੇ ਨਾਲ ਅਨਵਰ ਨੂੰ ਘੂਰਨ ਲੱਗਾ। ਗੱਡੀਆਂ ਵਾਲੇ ਆਪ ਅੱਗੇ ਚਲੇ ਗਏ ਸੀ ਤੇ ਡੌਂਕਰ ਸਾਰੇ ਮੁੰਡਿਆਂ ਨੂੰ ਆਪਣੇ ਨਾਲ ਲੈ ਕੇ ਕਾਲੀ ਪਹਾੜੀ ਵੱਲ ਨੂੰ ਹੋ ਤੁਰਿਆ ਤੇ ਲਾਲੀ ਹੁਣੀ ਸਾਰੇ ਜਾਣੇ ਡੌਂਕਰ ਦੇ ਮਗਰ ਤੁਰ ਪਏ ਸੀ। ਇਹ ਡੌਂਕਰ ਇੰਨੀ ਤੇਜ਼ ਤੁਰ ਰਿਹਾ ਸੀ ਕਿ ਬਾਕੀ ਮੁੰਡਿਆਂ ਲਈ ਉਹਦੇ ਨਾਲ ਤੁਰਨਾ ਮੁਸ਼ਕਲ ਹੋ ਰਿਹਾ ਸੀ। ਡੌਂਕਰ ਤਾਂ ਪਹਾੜੀ ਦੇ ਉੱਪਰ ਇਸ ਤਰ੍ਹਾਂ ਭੱਜ ਕੇ ਚੜ੍ਹ ਰਿਹਾ ਸੀ ਜਿਵੇਂ ਕੋਈ ਬਾਂਦਰ ਟਪੂਸੀਆਂ ਮਾਰ ਰਿਹਾ ਹੋਵੇ।
ਮੁੰਡਿਆਂ ਦਾ ਗਲਾ ਸੁੱਕਣ ਲੱਗਾ ਸੀ ਤੇ ਕਈ ਮੁੰਡੇ ਰੁਕ ਕੇ ਥੋੜਾ ਆਰਾਮ ਕਰਨਾ ਚਾਹੁੰਦੇ ਸੀ, ਪਰ ਡੌਂਕਰ ਉਹਨਾਂ ਨੂੰ ਰੁਕਣ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ। ਆਖਰ ਨੂੰ ਔਖੇ ਸੌਖੇ ਹੋ ਕੇ ਸਾਰੇ ਜਾਣੇ ਪਹਾੜੀ ਦੇ ਉੱਪਰ ਚੜ੍ਹ ਗਏ ਸੀ। ਜਿੰਨਾ ਔਖਾ ਪਹਾੜੀ ਦੇ ਉੱਪਰ ਚੜ੍ਹਨਾ ਸੀ, ਓਨਾ ਹੀ ਔਖਾ ਪਹਾੜੀ ਦੇ ਦੂਜੇ ਪਾਸੇ ਉਤਰਨਾ ਸੀ, ਕਿਉਂਕਿ ਜੇਕਰ ਉਤਰਦਿਆਂ ਕਿਸੇ ਦਾ ਵੀ ਇੱਕ ਵਾਰ ਮਾੜਾ ਜਿਹਾ ਪੈਰ ਤਿਲਕ ਗਿਆ ਤਾਂ ਗੇੜੀਆਂ ਖਾਂਦੇ ਹੇਠਾਂ ਤੱਕ ਆਉਣਾ ਸੀ। ਇੱਕ ਦੂਜੇ ਦੇ ਸਹਾਰੇ ਦੇ ਨਾਲ ਹੱਥ ਫੜ ਕੇ ਹੌਲੀ-ਹੌਲੀ ਸਾਰੇ ਜਾਣੇ ਪਹਾੜੀ ਦੇ ਦੂਜੇ ਪਾਸੇ ਸਹੀ ਸਲਾਮਤ ਉਤਰ ਗਏ ਸੀ। ਭਾਈ ਜਾਨ, ਇਸ ਪਹਾੜ ਨੇ ਤਾਂ ਥਕਾ ਛੱਡਿਆ ਈ, ਲੱਤਾਂ ਡਾਢੀਆਂ ਪੀੜ ਕਰੇਂਦੀਆਂ, ਸਾਹੋ ਸਾਈ ਹੋਇਆ ਅਨਵਰ ਖਾਨ ਦੇ ਮੂੰਹੋਂ ਨਿਕਲਿਆ। ਅਸੀਂ ਵੀ ਤੇਰੇ ਨਾਲ ਹੀ ਤੁਰਦੇ ਪਏ ਆ, ਅਜੇ ਪਤਾ ਕਿੰਨੇ ਕੁ ਹੋਰ ਪਹਾੜ ਇਸ ਤਰ੍ਹਾਂ ਹੀ ਪੈਰੀ ਕੱਸਣੇ ਖਾਣ ਬਾਬਾ, ਦੂਜੇ ਪਾਕਿਸਤਾਨੀ ਮੁੰਡੇ ਨੇ ਅਨਵਰ ਨੂੰ ਹੌਸਲਾ ਦਿੰਦਿਆਂ ਦੱਸਿਆ। ਅੱਲਾ ਖੈਰ ਕਰੇ ਸਾਈਂ, ਅਨਵਰ ਕਹਿ ਕੇ ਅੱਗੇ ਨੂੰ ਤੁਰ ਪਿਆ। ਪਹਾੜੀ ਦੇ ਉਸ ਪਾਸੇ ਡੌਂਕਰ ਪਹਿਲਾਂ ਹੀ ਗੱਡੀਆਂ ਲੈ ਕੇ ਖੜੇ ਸੀ। ਡੌਂਕਰ ਨੇ ਸਾਰੇ ਮੁੰਡਿਆਂ ਨੂੰ ਛੇਤੀ-ਛੇਤੀਆਂ ਗੱਡੀਆਂ ਦੇ ਵਿੱਚ ਬਿਠਾ ਕੇ ਗੱਡੀਆਂ ਨੂੰ ਤੋਰ ਲਿਆ। ਰੋਡ ਉੱਪਰ ਗੱਡੀਆਂ ਆਪਣੀ ਸਪੀਡ ਨਾਲ ਦੌੜਦੀਆਂ ਜਾ ਰਹੀਆਂ ਸੀ। ਡੌਂਕਰਾਂ ਨੇ ਅਜੇ ਮਸਾਂ 100 ਕਿਲੋਮੀਟਰ ਦਾ ਸਫ਼ਰ ਹੀ ਤੈਅ ਕੀਤਾ ਹੋਣਾ ਕਿ ਉਹਨਾਂ ਦੀਆਂ ਗੱਡੀਆਂ ਨੂੰ ਕੋਲੰਬੀਆ ਦੀ ਪੁਲਿਸ ਨੇ ਰੋਕ ਲਿਆ। ਪੁਲਿਸ ਵਾਲੇ ਉਹਨਾਂ ਸਭ ਦੀ ਪੁੱਛਗਿੱਛ ਕਰਨ ਲੱਗੇ ਸੀ, ਪਰ ਉਹ ਸਾਰੇ ਜਣੇ ਪੁਲਿਸ ਦੀ ਬੋਲੀ ਨਾ ਸਮਝ ਆਉਣ ਕਰਕੇ ਅਣਜਾਣ ਬਣ ਬੈਠੇ ਰਹੇ ਸੀ। ਸਾਰਿਆਂ ਦੀ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਪੁਲਿਸ ਵਾਲੇ ਆਪਣੇ ਨਾਲ ਥਾਣੇ ਲੈ ਗਏ ਸੀ। ਸਾਰੇ ਮੁੰਡਿਆਂ ਨੂੰ ਪੂਰੀ ਰਾਤ ਥਾਣੇ ਦੇ ਵਿੱਚ ਰੱਖਿਆ ਗਿਆ ਤੇ ਰਾਤ ਨੂੰ ਖਾਣ ਪੀਣ ਲਈ ਬ੍ਰੈਡ ਵਗੈਰਾ ਦਿੱਤੇ ਗਏ। ਅਗਲੇ ਦਿਨ ਹੀ ਸਵੇਰ ਹੁੰਦਿਆਂ ਸਾਰੀ ਪੁਲਿਸ ਨੇ ਸਾਰੇ ਮੁੰਡਿਆਂ ਨੂੰ ਇੱਕ ਮਿੰਨੀ ਬੱਸ ਵਿੱਚ ਬਿਠਾ ਕੇ ਕੋਲੰਬੀਆ ਦਾ ਬਾਰਡਰ ਪਾਰ ਕਰਾਇਆ ਤੇ ਵਾਪਸ ਇਕਵਾਡੋਰ ਵਿੱਚ ਦਾਖਲ ਕਰ ਦਿੱਤਾ। ਮੁੰਡੇ ਜਿੰਨੀ ਮੁਸ਼ਕਲ ਨਾਲ ਪਹਾੜੀ ਚੜ੍ਹ ਕੇ ਪਹਾੜ ਦੇ ਉਸ ਪਾਰ ਪਹੁੰਚੇ ਸੀ, ਉਨੀ ਹੀ ਆਸਾਨੀ ਨਾਲ ਕੋਲੰਬੀਆ ਦੀ ਪੁਲਿਸ ਉਹਨਾਂ ਨੂੰ ਸਾਰਿਆਂ ਨੂੰ ਵਾਪਸ ਇਕਵਾਡੋਰ ਛੱਡ ਗਈ ਸੀ। ਸਾਰੇ ਜਣੇ ਫਿਰ ਤੋਂ ਉਸੇ ਹੋਟਲ ਵਿੱਚ ਪਹੁੰਚ ਗਏ ਸੀ। ਯਾਰ ਆ ਤਾਂ ਬਹੁਤ ਮਾੜੀ ਹੋਈ ਆਪਣੇ ਨਾਲ, ਸਾਰਿਆਂ ਨੂੰ ਚੁੱਪ ਬੈਠਾ ਦੇਖ ਕੇ ਦੀਪ ਨੇ ਗੱਲ ਛੇੜੀ। ਹੋਰ ਕੀ ਦੀਪ, ਆਪਣੇ ਨਾਲ ਤਾਂ ਉਹ ਗੱਲ ਹੋਈ ਕਿ ਮੁੜ ਕੁੜ ਕੇ ਖੋਤੀ ਬੋੜ ਥੱਲੇ, ਅਫਸੋਸ ਜੇ ਮੂੰਹ ਨਾਲ ਲਾਲੀ ਨੇ ਜਵਾਬ ਦਿੱਤਾ। ਓਏ ਸਾਈਂ, ਖੋਤੀ ਨੂੰ ਕਿਉਂ ਬਦਨਾਮ ਕਰਦੇ ਪਏ ਆ? ਉਹ ਤਾਂ ਵਿਚਾਰੀ ਸਾਰੀ ਉਮਰ ਦੂਜਿਆਂ ਦਾ ਹੀ ਭਾਰ ਢੋਂਦੀ ਰਹਿੰਦੀ ਆ ਤੇ ਆਪਣੇ ਕੋਲ ਆਪਣਾ ਹੀ ਭਾਰ ਚੁੱਕਿਆ ਨਹੀਂ ਜਾਂਦਾ। ਹੁਣ ਅਨਵਰ ਹੌਸਲੇ ਦੀ ਦੀਵਾਰ ਬਣੀ ਬੈਠਾ ਸੀ। ਗੱਲ ਤਾਂ ਤੇਰੀ ਬਿਲਕੁਲ ਸਹੀ ਆ ਖਾਨ, ਪਰ ਸਭ ਤੋਂ ਜ਼ਿਆਦਾ ਤਾਂ ਤੂੰ ਹੀ ਥੱਕਿਆ ਸੀ, ਦੀਪ ਨੇ ਗੱਲ ਹਾਸੇ ਵਿੱਚ ਪਾ ਦਿੱਤੀ। ਦੀਪ ਦੀ ਗੱਲ ਸੁਣ ਕੇ ਸਾਰੇ ਜਣੇ ਹੱਸਣ ਲੱਗੇ, ਪਰ ਉਸ ਦਿਨ ਸ਼ਾਮ ਨੂੰ ਚੰਗੀ ਤਰ੍ਹਾਂ ਕਿਸੇ ਨੇ ਵੀ ਰੋਟੀ ਨਹੀਂ ਸੀ ਖਾਧੀ। ਪਹਾੜੀ ਚੜ੍ਹਨ ਕਰਕੇ ਸਾਰੇ ਮੁੰਡਿਆਂ ਦਾ ਸਰੀਰ ਵੀ ਦਰਦ ਕਰ ਰਿਹਾ ਸੀ। ਦੀਪ ਹੁਰਾਂ ਦੀ ਸਾਰੀ ਰਾਤ ਸੋਚਾਂ ਵਿੱਚ ਬੀਤ ਗਈ ਸੀ ਕਿ ਜੇਕਰ ਕਿਸੇ ਮੁੰਡੇ ਨੂੰ ਥੋੜੀ ਬਹੁਤ ਨੀਂਦ ਆਈ ਵੀ ਤਾਂ ਉਹ ਸੁਪਨੇ ਦੇ ਵਿੱਚ ਵੀ ਪਹਾੜੀ ਉਤਰਦਾ ਚੜ੍ਹਦਾ ਰਹਿੰਦਾ ਸੀ। ਅਗਲੇ ਦਿਨ ਡੌਂਕਰਾਂ ਨੇ ਆਪਣਾ ਤਰੀਕਾ ਬਦਲਿਆ ਤੇ ਉਹਨਾਂ ਨੇ ਇਸ ਵਾਰ ਸਾਰੇ ਮੁੰਡਿਆਂ ਨੂੰ ਟੈਕਸੀਆਂ ਵਿੱਚ ਬਿਠਾ ਕੇ ਤੁਲਕਾਨ ਤੋਂ ਕੋਲੰਬੀਆ ਦਾ ਬਾਰਡਰ ਪਾਰ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸਮਤ ਨੇ ਉਹਨਾਂ ਦਾ ਫਿਰ ਵੀ ਸਾਥ ਨਾ ਦਿੱਤਾ। ਉਹਨਾਂ ਦੀ ਮਾੜੀ ਕਿਸਮਤ ਨੂੰ ਟੈਕਸੀਆਂ ਵਾਲਿਆਂ ਨੇ ਟੈਕਸੀਆਂ ਸਿੱਧੀਆਂ ਹੀ ਪੁਲਿਸ ਸਟੇਸ਼ਨ ਲਿਜਾ ਕੇ ਖੜੀਆਂ ਕਰ ਦਿੱਤੀਆਂ ਸੀ। ਇੱਥੇ ਪੁਲਿਸ ਤੁਹਾਡੀ ਤਲਾਸ਼ ਕਰੇਗੀ ਤੇ ਫਿਰ ਤੁਹਾਨੂੰ ਛੱਡ ਦਿੱਤਾ ਜਾਏਗਾ, ਪਰ ਜੇਕਰ ਤਲਾਸ਼ੀ ਦੌਰਾਨ ਤੁਹਾਡੇ ਕੋਲੋਂ ਪੁਲਿਸ ਨੂੰ ਪੈਸੇ ਮਿਲ ਗਏ ਤਾਂ ਉਹ ਪੁਲਿਸ ਨੇ ਵਾਪਸ ਨਹੀਂ ਕਰਨੇ। ਇਸ ਕਰਕੇ ਤੁਸੀਂ ਆਪਣੇ ਪੈਸੇ ਟੈਕਸੀਆਂ ਵਿੱਚ ਹੀ ਲੁਕੋ ਦਿਓ। ਜਦੋਂ ਤਲਾਸ਼ੀ ਕਰਕੇ ਪੁਲਿਸ ਤੁਹਾਨੂੰ ਛੱਡ ਦੇਵੇਗੀ ਤਾਂ ਤੁਸੀਂ ਆਣ ਕੇ ਟੈਕਸੀਆਂ ਵਿੱਚ ਆਪਣੇ ਪੈਸੇ ਕੱਢ ਲੈਣਾ। ਬੜੇ ਹੀ ਪਿਆਰ ਨਾਲ ਇੱਕ ਟੈਕਸੀ ਵਾਲੇ ਨੇ ਸਾਰਿਆਂ ਨੂੰ ਸਲਾਹ ਦਿੱਤੀ। ਸਾਰੇ ਜਣੇ ਸੋਚਾਂ ਵਿੱਚ ਪੈ ਗਏ ਕਿ ਹੁਣ ਕੀ ਕੀਤਾ ਜਾਏ। ਥੋੜੀ ਸੋਚ ਵਿਚਾਰ ਕਰਨ ਤੋਂ ਬਾਅਦ ਸਾਰਿਆਂ ਨੇ ਇਹ ਸਲਾਹ ਕੀਤੀ ਕਿ ਅੱਧੇ ਪੈਸੇ ਟੈਕਸੀਆਂ ਵਿੱਚ ਲੁਕੋ ਦਿੱਤੇ ਜਾਣ ਤੇ ਅੱਧੇ ਪੈਸੇ ਆਪਣੇ ਨਾਲ ਕੋਲ ਹੀ ਰੱਖੇ ਜਾਣ। ਸਾਰਿਆਂ ਨੇ ਇਸੇ ਹੀ ਤਰ੍ਹਾਂ ਕੀਤੀ ਤੇ ਅੱਧੇ ਪੈਸੇ ਟੈਕਸੀ ਵਿੱਚ ਰੱਖ ਦਿੱਤੇ ਗਏ ਤੇ ਅੱਧੇ ਕੋਲ ਲੁਕੋ ਲਏ ਗਏ। ਪੁਲਿਸ ਵਾਲੇ ਸਾਰਿਆਂ ਨੂੰ ਫੜ ਕੇ ਆਪਣੇ ਨਾਲ ਅੰਦਰ ਲੈ ਕੇ ਤੁਰ ਪਏ ਤੇ ਉਸੇ ਹੀ ਵਕਤ ਉਹ ਟੈਕਸੀਆਂ ਵਾਲੇ ਆਪਣੀਆਂ ਟੈਕਸੀਆਂ ਲੈ ਕੇ ਆਪਣੇ ਰਾਹ ਤੁਰ ਗਏ। ਪੁਲਿਸ ਵਾਲਿਆਂ ਨੇ ਸਾਰਿਆਂ ਨੂੰ ਤਲਾਸ਼ੀ ਦੇਣ ਲਈ ਕਿਹਾ। ਸਾਰੇ ਜਣੇ ਸਹਿਮ ਗਏ ਕਿ ਹੁਣ ਕੀ ਹੋਏਗਾ। ਟੈਕਸੀਆਂ ਵਾਲੇ ਤਾਂ ਅੱਧੇ ਪੈਸੇ ਲੈ ਕੇ ਪਹਿਲਾਂ ਹੀ ਰਫੂ ਚੱਕਰ ਹੋ ਗਏ ਸੀ। ਸਾਰਿਆਂ ਨੇ ਸਲਾਹ ਕੀਤੀ ਕਿ ਪੈਸੇ ਆਪਣੇ ਹੱਥ ਵਿੱਚ ਹੀ ਰੱਖੇ ਜਾਣ। ਪੁਲਿਸ ਜਿਹਨੂੰ ਵੀ ਤਲਾਸ਼ੀ ਕਰਦੀ ਅੰਦਰ ਸੱਦੇ, ਉਹ ਆਪਣੇ ਪੈਸੇ ਬੜੀ ਹੁਸ਼ਿਆਰੀ ਨਾਲ ਦੂਜੇ ਦੇ ਹੱਥ ਫੜਾ ਦਿੰਦਾ ਸੀ। ਪੁਲਿਸ ਵਾਲਿਆਂ ਨੇ ਤਲਾਸ਼ੀ ਕਰਨ ਲਈ ਸਭ ਤੋਂ ਪਹਿਲਾਂ ਦੀਪ ਨੂੰ ਅੰਦਰ ਬੁਲਾ ਲਿਆ। ਪੁਲਿਸ ਵਾਲਿਆਂ ਨੇ ਦੀਪ ਦੇ ਕੱਪੜੇ ਉਤਾਰ ਕੇ ਉਸ ਦੀ ਤਲਾਸ਼ੀ ਕੀਤੀ, ਪਰ ਦੀਪ ਕੋਲ ਉਹਨਾਂ ਨੂੰ ਕੁਝ ਵੀ ਨਾ ਮਿਲਿਆ ਤੇ ਅਖੀਰ ਉਹਨੂੰ ਬਾਹਰ ਬਾਕੀ ਮੁੰਡਿਆਂ ਕੋਲ ਵਾਪਸ ਭੇਜ ਦਿੱਤਾ। ਦੀਪ ਵਾਪਸ ਆ ਕੇ ਬਾਕੀ ਮੁੰਡਿਆਂ ਕੋਲ ਖੜ ਗਿਆ। ਬਾਕੀ ਦੇ ਸਾਰੇ ਮੁੰਡਿਆਂ ਨੇ ਪਹਿਲਾਂ ਹੀ ਆਪਣੀ ਮੁੱਠ ਵਿੱਚ ਪੈਸੇ ਫੜੇ ਹੋਏ ਸੀ ਕਿ ਪੁਲਿਸ ਵਾਲੇ ਹੁਣ ਕਿਸ ਨੂੰ ਆਵਾਜ਼ ਮਾਰਨਗੇ। ਦੀਪ ਤਾਂ ਹੁਣ ਇਸ ਗੱਲੋਂ ਬਿਲਕੁਲ ਫ੍ਰੀ ਹੋ ਚੁੱਕਾ ਸੀ, ਪਰ 15 ਕੁ ਮਿੰਟਾਂ ਮਗਰੋਂ ਪੁਲਿਸ ਵਾਲਿਆਂ ਨੇ ਫਿਰ ਦੀਪ ਨੂੰ ਹੀ ਅੰਦਰ ਬੁਲਾ ਲਿਆ ਤੇ ਉਸ ਦੀ ਫਿਰ ਤੋਂ ਚੰਗੀ ਤਰ੍ਹਾਂ ਨਾਲ ਤਲਾਸ਼ੀ ਕੀਤੀ ਗਈ। ਇਸ ਵਾਰ ਦੀਪ ਕੋਲੋਂ ਪੁਲਿਸ ਵਾਲਿਆਂ ਨੂੰ ਫਿਰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪਿਆ ਸੀ। ਦੀਪ ਕੋਲੋਂ ਇਸ ਵਾਰ ਵੀ ਕੁਝ ਨਹੀਂ ਮਿਲਿਆ ਸੀ। ਫਿਰ ਵਾਰੀ-ਵਾਰੀ ਕਰਕੇ ਪੁਲਿਸ ਵਾਲੇ ਸਭ ਨੂੰ ਅੰਦਰ ਸੱਦਣ ਲੱਗੇ ਸੀ। ਪੁਲਿਸ ਵਾਲੇ ਕਈ ਵਾਰ ਤਾਂ ਤਲਾਸ਼ੀ ਕਰਨ ਨੂੰ ਬਹੁਤ ਸਮਾਂ ਲਗਾ ਦਿੰਦੇ ਤੇ ਕਈ ਵਾਰ ਸਾਰਾ ਕੰਮ 2 ਮਿੰਟਾਂ ਵਿੱਚ ਹੀ ਨਿਬੇੜ ਦਿੰਦੇ ਸੀ। ਜਦੋਂ ਪੁਲਿਸ ਵਾਲੇ ਕਾਹਲੀ ਕਰਦੇ ਤਾਂ ਅਗਲੇ ਤਲਾਸ਼ੀ ਵਾਲੇ ਮੁੰਡੇ ਨੂੰ ਪੈਸੇ ਫੜਾਉਣ ਦਾ ਮੌਕਾ ਨਾ ਮਿਲਦਾ, ਜਿਸ ਕਰਕੇ 2 ਮੁੰਡਿਆਂ ਦੇ ਥੋੜੇ ਜਿਹੇ ਪੈਸੇ ਪੁਲਿਸ ਵਾਲਿਆਂ ਦੇ ਹੱਥ ਲੱਗ ਗਏ ਸੀ, ਜੋ ਕਿ ਪੁਲਿਸ ਨੇ ਵਾਪਸ ਨਹੀਂ ਕੀਤੇ। ਸਾਰਿਆਂ ਦੀ ਚੰਗੀ ਤਰ੍ਹਾਂ ਤਲਾਸ਼ੀ ਕਰਨ ਤੋਂ ਬਾਅਦ ਪੁਲਿਸ ਨੇ ਸਭ ਨੂੰ ਇਮੀਗ੍ਰੇਸ਼ਨ ਦੇ ਹਵਾਲੇ ਕਰ ਦਿੱਤਾ।
ਇਮੀਗ੍ਰੇਸ਼ਨ ਵਾਲਿਆਂ ਨੇ ਉੱਥੇ ਹੀ ਮੀਡੀਆ ਸੱਦ ਲਿਆ ਤੇ ਉੱਥੇ ਹੀ ਚੰਗੀ ਤਰ੍ਹਾਂ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੂੰ ਫਿਰ ਵਾਪਸ ਇਕਵਾਡੋਰ ਭੇਜ ਦਿੱਤਾ। ਦੀਪ ਹੁਣੀ ਸਾਰੇ ਜਣੇ ਫਿਰ ਵਾਪਸ ਉਸੇ ਹੀ ਹੋਟਲ ਵਿੱਚ ਪਹੁੰਚ ਗਏ ਸੀ। ਰਾਤੀ ਦੇਰ ਨਾਲ ਹੋਟਲ ਵਿੱਚ ਪਹੁੰਚਣ ਕਰਕੇ ਸਾਰੇ ਜਣੇ ਦੇਰ ਨਾਲ ਹੀ ਸੁੱਤੇ ਸੀ। ਦੀਪ ਹੋਰੀ ਹਜੇ ਸਾਰੇ ਜਣੇ ਘੂਕੀ ਸੁੱਤੇ ਪਏ ਸੀ। ਜਦੋਂ ਬਾਹਰਲਾ ਦਰਵਾਜ਼ਾ ਖੜਕਾਉਣੋਂ ਨਾ ਹੀ ਹਟੇ ਤਾਂ ਲਾਲੀ ਨੇ ਉੱਠ ਕੇ ਬੂਹਾ ਖੋਲ੍ਹਿਆ। ਲਾਲੀ ਦੇਖ ਕੇ ਹੈਰਾਨ ਹੀ ਰਹਿ ਗਿਆ ਜਦੋਂ ਉਹਨੇ ਦੇਖਿਆ ਕਿ ਦਰਵਾਜ਼ਾ ਖੜਕਾਉਣ ਵਾਲੇ ਕੋਈ ਆਮ ਨਹੀਂ ਸੀ, ਸਗੋਂ ਉਹ ਤਾਂ ਇਕਵਾਡੋਰ ਦੀ ਆਰਮੀ ਸੀ। ਆਰਮੀ ਨੂੰ ਦੇਖ ਕੇ ਲਾਲੀ ਇੱਕ ਪਾਸੇ ਹੋ ਗਿਆ। ਆਰਮੀ ਨੇ ਅੰਦਰ ਵੜਦੇ ਹੀ ਸਾਰੇ ਕਮਰੇ ਦੀ ਤਲਾਸ਼ੀ ਕੀਤੀ। ਕਮਰੇ ਦੀ ਚੰਗੀ ਤਰ੍ਹਾਂ ਤਲਾਸ਼ੀ ਕਰਨ ਤੋਂ ਬਾਅਦ ਆਰਮੀ ਵਾਲੇ ਸਾਰਿਆਂ ਨੂੰ ਫੜ ਕੇ ਆਪਣੇ ਨਾਲ ਲੈ ਗਏ। ਆਰਮੀ ਵਾਲਿਆਂ ਵੱਲੋਂ ਉਹਨਾਂ ਕੋਲੋਂ ਥੋੜ੍ਹੀ ਬਹੁਤ ਪੁੱਛਗਿੱਛ ਕਰਨ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜਦੋਂ ਇਹ ਸਾਰੇ ਜਣੇ ਜੇਲ੍ਹ ਪਹੁੰਚੇ ਤਾਂ ਇਹਨਾਂ ਦਾ ਹੌਸਲਾ ਹੋਰ ਵੀ ਵੱਧ ਗਿਆ, ਕਿਉਂਕਿ ਜੇਲ੍ਹ ਦੀਆਂ ਕੰਧਾਂ ਉੱਤੇ ਪੰਜਾਬੀ ਵਿੱਚ ਲਿਖਿਆ ਹੋਇਆ ਸੀ, ਜਿਵੇਂ ਕਿ ਤੁਸੀਂ ਡਰੋ ਨਾ, ਤੁਹਾਨੂੰ ਛੇਤੀ ਛੱਡ ਦਿੱਤਾ ਜਾਏਗਾ। ਇਸੇ ਤਰ੍ਹਾਂ ਹੋਰ ਵੀ ਬਹੁਤ ਕੁਝ ਲਿਖਿਆ ਹੋਇਆ ਸੀ, ਜਿਸ ਨਾਲ ਦੀਪ ਹੋਰਾਂ ਦੇ ਕਾਫਲੇ ਦਾ ਹੌਸਲਾ ਦੂਣ ਸਵਾਇਆ ਹੋ ਗਿਆ ਸੀ। ਦੂਜੇ ਦਿਨ ਸਵੇਰੇ ਹੀ ਲਾਲੀ ਹੋਰਾਂ ਨੂੰ ਮਿਲਣ ਉਹਨਾਂ ਕੋਲ ਜੇਲ੍ਹ ਦੇ ਵਿੱਚ ਇੱਕ ਆਦਮੀ ਆਉਂਦਾ ਆ। ਉਸ ਆਦਮੀ ਨੇ ਉਹਨਾਂ ਨੂੰ ਦੱਸਿਆ ਕਿ ਉਹ ਪੇਸ਼ੇ ਵਜੋਂ ਵਕੀਲ ਆ ਤੇ ਉਹਨਾਂ ਦੀ ਮਦਦ ਕਰਨ ਲਈ ਇੱਥੇ ਆਇਆ ਆ। ਹੁਣੇ ਥੋੜ੍ਹੀ ਦੇਰ ਬਾਅਦ ਤੁਸੀਂ ਸਭ ਮੇਰੇ ਨਾਲ ਕੋਰਟ ਦੇ ਵਿੱਚ ਜਾਣਾ ਆ। ਤੁਸੀਂ ਮੇਰੀ ਇੱਕ ਗੱਲ ਯਾਦ ਰੱਖਣਾ ਕਿ ਤੁਸੀਂ ਕੋਰਟ ਵਿੱਚ ਕੁਝ ਨਹੀਂ ਬੋਲਣਾ, ਬਸ ਚੁੱਪਚਾਪ ਬੈਠੇ ਰਹਿਣਾ। ਜਿਸ ਕਿਸੇ ਨੇ ਵੀ ਕੋਰਟ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਫਸ ਜਾਏਗਾ। ਤੁਸੀਂ ਫਿਰ ਮੈਨੂੰ ਦੋਸ਼ ਨਾ ਦੇਣਾ। ਕੋਰਟ ਵਿੱਚ ਜੋ ਵੀ ਬੋਲਣਾ ਹੋਵੇਗਾ ਉਹ ਸਭ ਮੈਂ ਆਪੇ ਬੋਲਾਂਗਾ। ਹੁਣ ਤੁਸੀਂ ਸਾਰੇ ਜਣੇ ਆਪੋ ਆਪਣੇ ਨਾਮ ਵਾਲੇ ਫਾਰਮ ਉੱਪਰ ਦਸਤਖਤ ਕਰ ਦਿਓ ਤਾਂ ਕਿ ਮੈਂ ਤੁਹਾਡੇ ਕੇਸ ਦੀ ਪੈਰਵੀ ਕਰ ਸਕਾਂ। ਉਹਨਾਂ ਸਾਰਿਆਂ ਨੂੰ ਵਕੀਲ ਨੇ ਸਮਝਾਉਂਦੇ ਹੋਏ ਪੇਪਰ ਫੜਾ ਦਿੱਤੇ ਸੀ। ਓਕੇ ਸਰ ਜੀ, ਸਾਰਿਆਂ ਨੇ ਹਾਮੀ ਭਰਦੇ ਹੋਏ ਜਵਾਬ ਦਿੱਤਾ। ਮੀਂਹ ਪੈਂਦੇ ਵਿੱਚ ਹੀ ਸਾਰਿਆਂ ਨੂੰ ਇੱਕ ਪੁਲਿਸ ਵਾਲੀ ਮਿੰਨੀ ਬੱਸ ਵਿੱਚ ਬਿਠਾ ਕੇ ਕੋਰਟ ਲਿਜਾਇਆ ਗਿਆ ਤੇ ਸਾਰਿਆਂ ਨੂੰ ਜੱਜ ਮੂਹਰੇ ਪੇਸ਼ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਵਕੀਲ ਨੇ 5 ਮਿੰਟ ਇੱਕ ਪੇਪਰ ਪੜ੍ਹ ਕੇ ਆਪਣੀ ਦਲੀਲ ਦਿੱਤੀ ਤੇ ਫਿਰ ਉਹ ਕੁਰਸੀ ਦੇ ਉੱਪਰ ਬੈਠ ਗਿਆ। ਫਿਰ ਜੱਜ ਸਾਹਿਬ ਨੇ ਦੀਪ ਹੋਰਾਂ ਨੂੰ ਕੁਝ ਨਾ ਕੁਝ ਸਵਾਲ ਕੀਤੇ, ਪਰ ਵਕੀਲ ਦੇ ਕਹੇ ਅਨੁਸਾਰ ਸਾਰੇ ਜਣੇ ਚੁੱਪਚਾਪ ਬੈਠੇ ਰਹੇ। ਜੱਜ ਨੇ ਕੁਝ ਕੁ ਸਮਾਂ ਸੋਚ ਵਿਚਾਰ ਕਰਨ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਰਿਹਾ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਕੋਰਟ ਵਿੱਚ ਉਹਨਾਂ ਸਾਰਿਆਂ ਨੂੰ ਵਾਪਸ ਜੇਲ੍ਹ ਲਿਆਂਦਾ ਗਿਆ ਤੇ ਪੇਪਰਾਂ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਰਾਤ ਦੇ 11 ਵਜੇ ਉਹਨਾਂ ਸਾਰਿਆਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਸੀ। ਜਦੋਂ ਇਹ ਸਾਰੇ ਜਣੇ ਜੇਲ੍ਹ ਤੋਂ ਬਾਹਰ ਨਿਕਲੇ ਤਾਂ ਜੇਲ੍ਹ ਦੇ ਬਾਹਰ 5-6 ਬੰਦੇ ਜਨਾਨੀਆਂ ਹੱਥਾਂ ਵਿੱਚ ਬਿਸਕੁਟ, ਕੇਕ, ਪਾਣੀ ਫੜੀ ਉਹਨਾਂ ਦਾ ਖੜੇ ਇੰਤਜ਼ਾਰ ਕਰ ਰਹੇ ਸੀ। ਉਹਨਾਂ ਨੇ ਦੀਪ ਹੋਰਾਂ ਨੂੰ ਦੱਸਿਆ ਕਿ ਉਹ ਹਿਊਮਨ ਰਾਈਟਸ ਵਾਲੇ ਆ। ਉਹਨਾਂ ਨੇ ਹੀ ਸਾਰੇ ਮੁੰਡਿਆਂ ਲਈ ਵਕੀਲ ਭੇਜਿਆ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਪਹਿਲੇ ਦਿਨ ਤੋਂ ਹੀ ਸਾਰੇ ਕਾਫਲੇ ਉੱਪਰ ਨਿਗਾਹ ਰੱਖ ਰਹੇ ਸੀ। ਪੁਲਿਸ ਉਹਨਾਂ ਨਾਲ ਕੋਈ ਵਧੀਕੀ ਤਾਂ ਨਹੀਂ ਕਰ ਰਹੀ। ਹਿਊਮਨ ਰਾਈਟਸ ਵਾਲਿਆਂ ਨੇ ਪਹਿਲਾਂ ਤਾਂ ਦੀਪ ਹੋਰਾਂ ਨੂੰ ਬਿਸਕੁਟ, ਕੇਕ ਖਾਣ ਲਈ ਦਿੱਤੇ ਤੇ ਫਿਰ ਉਹਨਾਂ ਵੱਲੋਂ ਹੀ ਸਾਰਿਆਂ ਨੂੰ ਹੋਟਲ ਦੇ ਵਿੱਚ ਪਹੁੰਚਾਇਆ ਗਿਆ ਸੀ। ਤੇ ਇਸ ਤੋਂ ਅੱਗੇ ਭਾਗ 7ਵਾਂ ਅਗਲੇ ਐਪੀਸੋਡ ਦੇ ਵਿੱਚ।